ਜਦੋਂ ਇੱਕ ਓੰਕਾਰ ਪਾਵਨ ਪਵਿੱਤਰ ਅੱਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਤਾਂ ਇਹ ਪਾਵਨ ਪਵਿੱਤਰ ਅੱਖਰ 567 ਵਾਰੀ ਸਾਨੂੰ ਮਿਲਦਾ ਹੈ। ਕਿਹੜੇ ਕਿਹੜੇ ਹੈਡਿੰਗ ਨੇ? ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ 523 ਵਾਰ ਹੁੰਦਾ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ 9 ਵਾਰ ਹੁੰਦਾ ਹੈ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, ਇਹ 2 ਵਾਰ ਹੁੰਦਾ ਹੈ। ਤੇ ਜਿਹੜਾ ਪਾਵਨ ਪਵਿੱਤਰ ਮੰਗਲਾਚਰਨ ਅਸੀਂ ਪੜ੍ਹਦੇ ਹਾਂ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਇਹ 33 ਵਾਰ ਹੁੰਦਾ ਹੈ। 523 + 33 + 9 + 2 ਕੁੱਲ ਮਿਲਾ ਕੇ 567 ਬਣ ਜਾਂਦਾ। ਅਰਥ ਪਤਾ ਹੈ ਜੀ? ਇੱਕ ਅਕਾਲ ਪੁਰਖ ਪਰਮਾਤਮਾ ਇੱਕ ਰਸ ਵਿਆਪਕ ਹੈ। 567 ਵਾਰ ਮਹਾਰਾਜ ਜੀ ਇੱਕ ਓੰਕਾਰ ਦੀ ਗੱਲ ਕਰ ਰਹੇ ਹਨ। ਇਹ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਇਨਸਾਨ ਇੱਕ ਰਾਸਤੇ ਤੇ ਇੱਕ ਵਾਰ ਜਾਂਦਾ ਹੈ ਤੇ ਰਾਹ ਭੁੱਲ ਜਾਂਦਾ ਹੈ, ਪਰ ਜਦੋਂ 2 4 5 10 ਦਫਾ ਉਸ ਰਾਸਤੇ ਤੇ ਜਾਏਗਾ, ਉਹ ਰਾਸਤਾ, ਉਹ ਪੰਥ ਇਨਸਾਨ ਨੂੰ ਕਦੇ ਭੁੱਲੇਗਾ ਨਹੀਂ। ਇਨਸਾਨ ਹਮੇਸ਼ਾ ਇਸ ਗੱਲ ਨੂੰ ਯਾਦ ਰੱਖ ਕਿ ਤੇਰਾ ਪਰਮਾਤਮਾ ਇੱਕ ਰਕ ਵਿਆਪਕ ਹੈ। ਇਹ ਗੱਲ ਹਮੇਸ਼ਾ ਤੈਨੂੰ ਯਾਦ ਰਹਿਣੀ ਚਾਹੀਦੀ ਹੈ। ਹੁਣ ਜਦੋਂ ਅਰਥਾਂ ਦੀ ਗੱਲ ਕਰਦੇ ਹਾਂ, ਅਮਰ ਕੋਸ਼ ਮੁਤਾਬਿਕ ਸਾਡੇ ਵਿਦਵਾਨਾਂ ਨੇ ਬਹੁਤ ਜਿਹੇ ਕੋਸ਼ ਲਿਖੇ ਨੇ ਜੀ। ਅਕਾਲੀ ਗੌਰ ਸਿੰਘ ਦੀ ਗੱਲ ਕਰਦੇ ਹਾਂ, ਉਹਨਾਂ ਨੇ ਵੀ ਕੋਸ਼ ਲਿਖਿਆ ਹੈ। ਫਿਰ ਭਾਈ ਕਾਨ ਸਿੰਘ ਜੀ ਨਾਭਾ ਦੁਆਰਾ ਮਹਾਨ ਕੋਸ਼ ਲਿਖਿਆ ਗਿਆ, ਇੱਕ ਅਮਰ ਕੋਸ਼ ਹੈ ਜੀ। ਉਹਨਾਂ ਨੇ ਅਰਥ ਕੀਤੇ ਇੱਕ ਓੰਕਾਰ ਦੇ। ਇੱਕ ਦਾ ਅਰਥ ਹੋ ਗਿਆ ਜੀ, ਇੱਕ ਗਿਣਤੀਵਾਚਕ ਹੈ। ਅਗਲਾ ਜਿਹੜਾ ਅੱਖਰ ਹੈ ਓੰਕਾਰ, ਹਾਲਾਂਕਿ ਕਈ ਸਾਧ ਸੰਗਤ ਇਸ ਨੂੰ ਇੱਕ ਓੰਕਾਰ ਕਹਿੰਦੀ ਜਾਂ ਇੱਕ ਓੰਕਾਰ ਕਹਿੰਦੀ, ਨਹੀਂ, ਪੂਰਾ ਉਚਾਰਨ ਹੈ ਇੱਕ ਓੰਕਾਰ। ਹੁਣ ਓੰਗ ਦੇ ਅਰਥ ਜਦੋਂ ਅਸੀਂ ਪੜ੍ਹਦੇ ਹਾਂ, ਓੰਗ ਦੇ ਅਰਥ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲਾਂ ਜਦੋਂ ਧਾਰਮਿਕ ਪੁਸਤਕਾਂ ਦੀ ਗੱਲ ਕਰਾਂਗੇ, ਵੇਦ ਦੀ ਗੱਲ ਕਰਾਂਗੇ, ਇਹਨਾਂ ਦੇ ਆਰੰਭ ਦੇ ਵਿੱਚ ਤੇ ਅਖੀਰ ਦੇ ਵਿੱਚ ਇਹ ਲਫ਼ਜ਼ ਲਿਖਿਆ ਮਿਲਦਾ ਹੈ। ਧਰਮ ਪੁਸਤਕ ਹੋ ਗਈਆਂ ਨੇ, ਜਿਵੇਂ ਵੇਦ ਸ਼ਾਸਤਰ ਸਿਮਰਤ ਆਦਿਕ ਦਾ ਜ਼ਿਕਰ ਹੈ, ਓੰਗ ਲਫ਼ਜ਼ ਸ਼ੁਰੂਆਤ ਦੇ ਵਿੱਚ ਤੇ ਅਖੀਰ ਦੇ ਵਿੱਚ ਲਿਖਿਆ ਹੋਇਆ ਮਿਲਦਾ। ਦੂਜਾ ਆ ਜਾਂਦਾ ਜਦੋਂ ਆਪਾਂ ਕਿਸੇ ਨੂੰ ਸਵਾਲ ਪੁੱਛ ਰਹੇ ਹਾਂ, ਪ੍ਰਸ਼ਨ ਪੁੱਛਿਆ ਜਾਂਦਾ ਹੈ ਤੇ ਉਹਦਾ ਜਵਾਬ ਦਿੱਤਾ ਜਾਂਦਾ ਹੈ, ਉਦੋਂ ਵੀ ਓੰਗ ਦਾ ਜ਼ਿਕਰ ਹੁੰਦਾ ਹੈ। ਸਤਿਕਾਰ ਵਜੋਂ ਓੰਗ ਦਾ ਅਰਥ ਹਾਂ ਜੀ, ਜੀ ਕਰਕੇ ਮਿਲਿਆ ਜਾਂਦਾ ਹੈ। ਤੇ ਤੀਜਾ ਓੰਗ ਦਾ ਅਰਥ ਹੈ ਬ੍ਰਹਮ। ਹੁਣ ਤੁਸੀਂ ਇਹ ਗੱਲ ਆਪ ਆਪਣੇ ਦਿਮਾਗ ਦੇ ਨਾਲ ਸੋਚਣਾ ਹੈ, ਇਹਨਾਂ 3 ਅਰਥਾਂ ਦੇ ਵਿੱਚੋਂ ਕਿਹੜੇ ਅਰਥ ਇੱਥੇ ਠੀਕ ਬੰਦੇ ਨੇ। ਪਹਿਲਾ ਆ ਜਾਂਦਾ ਹੈ ਧਾਰਮਿਕ ਪੁਸਤਕਾਂ ਦੀ ਸ਼ੁਰੂਆਤ ਤੇ ਆਰੰਭ ਦੇ ਵਿੱਚ, ਅਖੀਰ ਦੇ ਵਿੱਚ। ਦੂਜਾ ਆ ਜਾਂਦਾ ਹੈ ਜਦੋਂ ਕਿਸੇ ਨੂੰ ਜਵਾਬ ਦਿੰਦੇ ਹਾਂ ਜੀ ਹਾਂ ਉਹ। ਤੇ ਤੀਜਾ ਅਰਥ ਹੈ ਬ੍ਰਹਮ। ਹੁਣ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੱਲ ਰੱਬ ਦੀ ਚੱਲ ਰਹੀ ਹੈ ਤੇ ਬ੍ਰਹਮ ਆਟੋਮੈਟਿਕ ਇਨਸਾਨ ਦੇ ਦਿਮਾਗ ਦੇ ਵਿੱਚ ਆਏਗਾ। ਹਾਂ, ਤੀਜਾ ਅਰਥ ਇੱਥੇ ਫਿੱਟ ਪੈਂਦਾ ਹੈ। ਓੰਗ ਦਾ ਅਰਥ ਹੈ ਜੀ ਬ੍ਰਹਮ। ਤੀਜਾ ਜਿਹੜਾ ਅੱਖਰ ਹੈ ਉਹ ਹੈ ਕਾਰ। ਜਿਹੜੀ ਊੜੇ ਦੇ ਉੱਤੇ ਘੁੰਡੀ ਮੁੜੀ ਹੋਈ ਹੈ, ਇਹ ਕਾਰ ਅੱਖਰ ਹੈ ਜੀ। ਇਹ ਸੰਸਕ੍ਰਿਤ ਭਾਸ਼ਾ ਦਾ ਪਿਛੇਤਰ ਲਫ਼ਜ਼ ਹੈ ਕਾਰ, ਜਿਹਦਾ ਅਰਥ ਹੈ ਇੱਕ ਰਸ ਵਿਆਪਕ। ਹੁਣ ਇੱਕ ਓੰਕਾਰ ਦਾ ਅਰਥ ਹੋਇਆ ਇੱਕ ਅਕਾਲ ਪੁਰਖ ਪਰਮਾਤਮਾ ਇੱਕ ਰਸ ਵਿਆਪਕ ਹੈ। ਜਦੋਂ ਇਸ ਦੁਨੀਆ ਦੇ ਵਿੱਚ ਝਾਤ ਮਾਰਦੇ ਹਾਂ, ਕਈ ਨੇ ਸਵਾਲ ਕੀਤਾ ਜੀ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਓੰਕਾਰ ਓਮ ਤੋਂ ਲਿਆ ਗਿਆ ਜਿਹੜਾ ਹਿੰਦੂ ਧਰਮ ਦੇ ਵਿੱਚ ਹੈ। ਨਹੀਂ, ਇਨਸਾਨ ਇਸ ਸਮਾਜ ਦੇ ਅੰਦਰ ਪਖੰਡਵਾਦ ਦੇ ਵਿੱਚ ਬੱਝਿਆ ਹੋਇਆ ਸੀ। ਉਹਦੇ ਆਲੇ ਦੁਆਲੇ ਮੜੀ ਮਸਾਨ ਕਬਰਾਂ ਦੇਵੀ ਦੇਵਤੇ ਆਦਿ ਦਾ ਇੱਕ ਜਾਲ ਬੁਣਿਆ ਸੀ। ਗੁਰੂ ਨਾਨਕ ਮਹਾਰਾਜ ਜੀ ਨੇ ਕਿਰਪਾ ਕੀਤੀ, ਉਸ ਜਾਲ ਤੋਂ ਇਨਸਾਨ ਨੂੰ ਆਜ਼ਾਦ ਕਰਾਇਆ,
ਆਖਿਆ ਕਿ ਇਨ੍ਹਾਂ ਸਾਰਿਆਂ ਦਾ ਖਹਿੜਾ ਛੱਡਦਿਆਂ ਹੋਇਆਂ ਕੇਵਲ ਤੇ ਕੇਵਲ ਇੱਕ ਦਾ ਹੋ ਕੇ ਰਹਿ ਜਾ। ਪਤਾ ਲੱਗਿਆ ਇੱਕ ਓੰਕਾਰ ਇੱਕ ਪਰਮਾਤਮਾ ਹੈ ਤੇ ਅੰਦਰੋਂ ਤੇ ਬਾਹਰੋਂ ਤੂੰ ਵੀ ਇੱਕ ਹੋ। ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਉਸੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆ, ਉਸੀ ਦਾ ਹੋ ਕੇ ਰਹਿ ਜਾ। ਇਨਸਾਨ ਬੜਾ ਚਲਾਕ ਜਾ ਹੈ, ਇਹ ਦਿਖਾਵਾ ਤੇ ਬਹੁਤ ਕਰਦਾ ਹੈ, ਪਰ ਹੁੰਦਾ ਕੀ ਹੈ, ਇੱਕ ਓੰਕਾਰ ਦੇ ਅਰਥ ਹਾਲੇ ਤੱਕ ਇਸਨੇ ਸਮਝੇ ਨਹੀਂ। ਮਹਾਰਾਜ ਜੀ ਨੇ ਤੇ ਇੱਥੋਂ ਤੱਕ ਆਖਿਆ ਕਿ ਭਾਵੇਂ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਲੈ, ਪਰ ਜਦੋਂ ਤੱਕ ਇੱਕ ਓੰਕਾਰ ਦੀ ਸਮਝ ਨਹੀਂ ਆਈ, ਇਹ ਸਾਰਾ ਦਾ ਸਾਰਾ ਵਿਅਰਥ ਹੈ ਜੀ। ਪਾਵਨ ਪਵਿੱਤਰ ਹੁਕਮਨਾਮਾ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਤੂ ਦੇਖੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਮਹਾਰਾਜ ਜੀ ਨੇ ਰਹਾਉ ਵਾਲੀ ਪੰਕਤੀ ਦੇ ਵਿੱਚ ਆਖਿਆ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਤੂੰ ਕੇਵਲ ਤੇ ਕੇਵਲ ਇੱਕ ਰੱਬ ਦੀ ਭਗਤੀ ਕਰ ਤੇ ਇੱਕ ਰੱਬ ਤੋਂ ਇਲਾਵਾ ਉਹ ਆਲੇ ਦੁਆਲੇ ਜਿੰਨਾ ਵੀ ਜਾਲ ਬੁਣਿਆ ਸੀ ਉਹਦੀ ਗੱਲ ਕੀਤੀ। ਨਿਰਾਫਲ ਕਾਮਾ, ਇਹ ਸਾਰਾ ਨਿਰਾਫਲ ਹੈ, ਇਹ ਫਜ਼ੂਲ ਦਾ ਹੈ, ਇਹ ਵਿਅਰਥ ਦਾ ਹੈ, ਇਸ ਦੇ ਵਿੱਚੋਂ ਕੁਝ ਵੀ ਨਹੀਂ ਪ੍ਰਾਪਤ ਹੋਣ ਵਾਲਾ। ਹੁਣ ਇੱਕ ਓੰਕਾਰ ਨੂੰ ਜੀਣਾ ਕਿਵੇਂ ਹੈ ਜੀ? ਹਾਲੇ ਤੱਕ ਇਨਸਾਨ ਇੱਕ ਨਹੀਂ ਹੋਇਆ। ਇੱਕ ਵਿਦਿਆਰਥੀ ਕਿਸੇ ਸਕੂਲ ਦੇ ਅੰਦਰ ਪੜ੍ਹਦਾ ਹੈ, ਉਹਦੇ ਟੀਚਰ ਉਹਦੇ ਅਧਿਆਪਕ ਉਸ ਨੂੰ ਗੁਰਮਤ ਦੀ ਰਹਿਣੀ ਬਹਿਣੀ ਸਿਖਾਉਂਦੇ ਨੇ, ਇੱਕ ਮੁਕਾਮ ਤੇ ਲੈ ਕੇ ਜਾਂਦੇ ਨੇ ਕਿ ਉਹ ਗੁਰਮਤ ਦਾ ਧਾਰਨੀ ਹੋ ਜਾਂਦਾ ਹੈ, ਉਹ ਸਟੇਜ ਤੇ ਬੋਲਣ ਜੋਗਾ ਹੋ ਜਾਂਦਾ ਹੈ। ਪਰ ਜਦੋਂ ਉਹ ਕਾਲਜ ਦੇ ਵਿੱਚੋਂ ਬਾਹਰ ਨਿਕਲਦਾ ਹੈ, ਫਿਰ ਚੰਦ ਪੈਸਿਆਂ ਦੀ ਖਾਤਰ ਆਪਣੇ ਆਪ ਨੂੰ ਵੱਡਾ ਦਿਖਾਉਣ ਵਾਸਤੇ ਆਪਣੇ ਤੋਂ ਵੱਡੇ ਲੋਕਾਂ ਨਾਲ ਹੱਥ ਮਿਲਾਉਂਦਾ ਹੈ ਕਿ ਮੇਰੀ ਚਰਚਾ ਮੀਡੀਆ ਦੇ ਵਿੱਚ ਹੋਵੇਗੀ, ਮੈਂ ਵੱਡੇ ਪੱਧਰ ਤੇ ਗੱਲ ਕਰਾਂਗਾ, ਸਮਾਜ ਮੈਨੂੰ ਜਾਣੇਗਾ। ਪਰ ਅਸਲ ਦੇ ਵਿੱਚ ਜਿਨ੍ਹਾਂ ਟੀਚਰਾਂ ਨੇ ਉਹਨਾਂ ਨੂੰ ਸਿਖਾਇਆ ਹੈ, ਉਸੇ ਟੀਚਰ ਦੀ ਫਿਰ ਬੁਰਾਈ ਕਰਦਾ ਫਿਰਦਾ ਹੈ, ਉਸੇ ਟੀਚਰ ਨੂੰ ਭੰਡਦਾ ਫਿਰਦਾ। ਨਹੀਂ, ਜਿਹੜਾ ਗੁਰੂ ਦੇ ਕੋਲ ਸਿੱਖ ਕੇ ਗੁਰੂ ਦੀ ਕਦਰ ਨਹੀਂ ਕਰੇਗਾ, ਇਹ ਗੱਲ ਹਕੀਕਤ ਹੈ, ਉਹ ਬੰਦਾ ਕਦੇ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਜਦੋਂ ਇੱਕ ਨੂੰ ਜੀਆ ਹੀ ਨਹੀਂ, ਇੱਕ ਦਾ ਅਰਥ ਸੀ ਆਪਣੀ ਜ਼ਿੰਦਗੀ ਦੇ ਅੰਦਰ ਰੱਬ ਨੂੰ ਲਿਆਣਾ। ਭਾਈ ਇੱਕ ਹੋ, ਜਿਨ੍ਹਾਂ ਨੇ ਤੈਨੂੰ ਸਿਖਾਇਆ ਹੈ, ਜਿਹੜੇ ਗੁਰੂ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਗੁਰੂ ਦੇ ਨਾਲ ਤੇਰਾ ਪਿਆਰ ਹੈ, ਤੂੰ ਚੰਦ ਪੈਸਿਆਂ ਦੇ ਖਾਤਰ ਉਸੇ ਗੁਰੂ ਨੂੰ ਭੁੱਲ ਜਾਂਦਾ ਸੀ। ਕੇਵਲ ਤੇ ਕੇਵਲ ਉਹਨਾਂ ਚੰਦ ਪੈਸਿਆਂ ਦੀ ਖਾਤਰ ਕਿ ਮੈਂ ਵੱਡਾ ਬਣਾਵਾਂ। ਨਹੀਂ ਭਾ, ਉਹਨਾਂ ਨੂੰ ਕਦੇ ਨਾ ਭੰਡ, ਉਹਨਾਂ ਨੇ ਤੈਨੂੰ ਸਿਖਾਇਆ ਹੈ, ਇੱਕ ਮੁਕਾਮ ਤੇ ਲਾਇਆ ਹੈ। ਹੁੰਦਾ ਹੈ ਜੀ, ਆਪਾਂ ਸਕੂਲ ਦੇ ਵਿੱਚ ਪੜ੍ਹਦੇ ਹਾਂ, ਬਾਅਦ ਦੇ ਵਿੱਚ ਫਿਰ ਟੀਚਰਾਂ ਨੂੰ ਅਸੀਂ ਗੱਲਬਾਤ ਕਰਦੇ ਹਾਂ, ਨਹੀਂ ਉਹ ਟੀਚਰ ਇੱਦਾਂ ਹੈ, ਉਹ ਇੱਦਾਂ ਹੈ। ਪਰ ਜਦੋਂ ਸਾਡੇ ਆਪਣੇ ਤੋਂ ਵੱਡੇ ਇਨਸਾਨ ਮਿਲਦੇ ਨੇ, ਅਸੀਂ ਉਹਨਾਂ ਦੇ ਨਾਲ ਹੱਥ ਮਿਲਾ ਲੈਂਦੇ ਹਾਂ। ਇਤਿਹਾਸ ਦੇ ਵਿੱਚ ਇੱਕ ਛੋਟੀ ਜਿਹੀ ਸਾਖੀ ਯਾਦ ਆਈ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਉਹਨਾਂ ਦੇ ਕੋਲ ਵਿਦਵਾਨ ਨੇ, ਵਿਦਵਾਨਾਂ ਨੂੰ ਆਖਿਆ ਕਿ ਜਦੋਂ ਮੈਂ ਘੋੜੇ ਤੇ ਸਵਾਰ ਹੋਵਾਂ, ਇੰਨੀ ਦੇਰ ਦੇ ਵਿੱਚ ਹੀ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਨੇ। ਕਮਾਲ ਦੀ ਗੱਲ ਸੀ, ਵਿਦਵਾਨ ਬੜੇ ਹੈਰਾਨ ਹੋਏ। ਮਹਾਰਾਜ ਜੀ ਜ਼ਮੀਨ ਤੋਂ ਉੱਤੇ ਰਕਾਬ ਦੇ ਵਿੱਚ ਪੈਰ ਰੱਖਣ, ਰਕਾਬ ਜਿਹੜੀ ਘੋੜੇ ਦੇ ਉੱਤੇ ਬੱਜੀ ਹੁੰਦੀ, ਜਿਹਦੇ ਵਿੱਚ ਪੈਰ ਰੱਖਿਆ ਜਾਂਦਾ, ਉਸ ਨੂੰ ਰਕਾਬ ਬੋਲਿਆ ਜਾਂਦਾ ਹੈ। ਹੁਣ ਹੋਇਆ ਕਿ ਜ਼ਮੀਨ ਦੇ ਵਿੱਚੋਂ ਰਕਾਬ ਦੇ ਵਿੱਚ ਪੈਰ ਰੱਖੇ ਜਾਣੇ, ਕਿੰਨਾ ਕੁ ਸੈਕਿੰਡ ਦਾ ਸਮਾਂ ਹੋਏਗਾ, ਸੋਚੋ। ਤੇ ਆਖਿਆ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਨੇ। ਵਿਦਵਾਨ ਹੈਰਾਨ ਨੇ, ਮਹਾਰਾਜ ਇਹ ਕਿਵੇਂ ਸੰਭਵ ਹੋ ਸਕਦਾ? ਉਸੇ ਦੇ ਵਿੱਚ ਜਿਹੜੇ ਘੋੜੇ ਦੀ ਸੇਵਾ ਕਰਦਾ ਸੀ, ਘੋੜੇ ਨੂੰ ਘਾਹ ਫੂ ਇਤਿਆਦਿ, ਘਾਹ ਪੂਰੀ ਇਤਿਆਦਿਕ ਸੇਵਾ ਕਰਦਾ ਸੀ। ਮਹਾਰਾਜ ਜੀ ਨੂੰ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹੈ, ਪਾਤਸ਼ਾਹ ਜੀ ਕਿਰਪਾ ਤੁਸੀਂ ਕਰਨੀ ਹੈ, ਸਰ ਤੇ ਹੱਥ ਤੁਹਾਡਾ ਹੋਏਗਾ, ਕੋਸ਼ਿਸ਼ ਕਰਾਂਗਾ ਅਰਥ ਕਰਨ ਦੀ। ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਆਪਣਾ ਪੈਰ, ਆਪਣੇ ਚਰਨ ਜ਼ਮੀਨ ਤੋਂ ਜਦੋਂ ਰਕਾਬ ਦੇ ਵਿੱਚ ਰੱਖਣ ਲੱਗੇ ਤੇ ਉਸ ਸਰਧਾਲੂ ਨੇ ਆਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਦੋਂ ਇਹੀ ਪਵਿੱਤਰ ਬੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਣੇ ਤੇ ਮਹਾਰਾਜ ਨੇ 3 ਵਾਰ ਆਖਿਆ, ਨਿਹਾਲ ਨਿਹਾਲ ਨਿਹਾਲ। ਕੋਲ ਖਲੋਤੇ ਵਿਦਵਾਨ ਹੈਰਾਨ ਹੋ ਗਏ, ਪਾਤਸ਼ਾਹ ਜੀ ਇਹ ਕੀ? ਤੁਸੀਂ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਨ ਦੀ ਗੱਲ ਕੀਤੀ ਸੀ, ਪਰ ਇਹਨਾਂ ਨੇ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਹਿ ਕੇ ਗੱਲ ਨੂੰ ਖਤਮ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਵਾਬ ਦਿੱਤਾ, ਪੂਰੇ ਗੁਰੂ ਗ੍ਰੰਥ ਦਾ
ਕੇਵਲ ਤੇ ਕੇਵਲ ਇੱਕ ਓੰਕਾਰ ਹੈ। ਜਿਸ ਨੇ ਇੱਕ ਓੰਕਾਰ ਨੂੰ ਸਮਝ ਲਿਆ, ਗੱਲ ਹਕੀਕਤ ਹੈ ਉਹ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝ ਗਿਆ। ਤੇ ਭਾਵੇਂ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹੀ ਜਾਵੇ, ਜਦੋਂ ਤੱਕ ਹਾਲੇ ਤੱਕ ਇੱਕ ਓੰਕਾਰ ਨਹੀਂ ਸਮਝਿਆ ਤੇ ਸਾਰਾ ਨਿਰਾਫਲ ਹੋ ਰਿਹਾ ਜੀ। ਉਹਦੇ ਦਿਮਾਗ ਦੇ ਵਿੱਚ ਗੱਲ ਹਾਲੇ ਤੱਕ ਗਈ ਨਹੀਂ ਕਿ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ। ਤੁਸੀਂ ਵੇਖੋ, ਗੁਰੂ ਨਾਨਕ ਮਹਾਰਾਜ ਜੀ ਤੋਂ ਪਹਿਲਾਂ ਭਗਤ ਕਬੀਰ ਜੀ ਹੋਏ, ਭਗਤ ਫਰੀਦ ਜੀ ਹੋਏ, ਆਦਿ ਭਗਤ ਹੋਏ ਨੇ, ਪਰ ਉਹਨਾਂ ਨੇ ਇੱਕ ਓੰਕਾਰ ਦੀ ਗੱਲ ਨਹੀਂ ਕੀਤੀ। ਭਗਤ ਫਰੀਦ ਜੀ ਤੇ ਇਸਲਾਮ ਮਤ ਦੇ ਨਾਲ ਸੰਬੰਧ ਰੱਖਦੇ ਨੇ, ਕੁਰਾਨ ਦੇ ਨਾਲ ਸੰਬੰਧ ਰੱਖਦੇ ਨੇ, ਪਰ ਜਦੋਂ ਗੁਰੂ ਅਰਜਨ ਮਹਾਰਾਜ ਭਾਈ ਗੁਰਦਾਸ ਜੀ ਦੇ ਕੋਲ ਪਾਵਨ ਪਵਿੱਤਰ ਬੀੜ ਦੀ ਲਿਖਾਈ ਆਰੰਭ ਕਰ ਰਹੇ ਨੇ, ਉਹਨਾਂ ਨੇ ਵੀ ਭਗਤ ਫਰੀਦ ਜੀ ਦੇ ਸ਼ਬਦਾਂ ਤੋਂ ਪਹਿਲਾਂ, ਸਲੋਕਾਂ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ। ਭਗਤ ਕਬੀਰ ਜੀ ਨੇ ਇੱਕ ਓੰਕਾਰ ਦੀ ਗੱਲ ਨਹੀਂ ਕੀਤੀ, ਪਰ ਗੁਰੂ ਅਰਜਨ ਮਹਾਰਾਜ ਜੀ ਨੇ ਉੱਤੇ ਲਿਖਿਆ ਭਗਤ ਕਬੀਰ ਜੀ ਦੇ ਪਾਵਨ ਸ਼ਬਦ ਤੇ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਯਾਨੀ ਸ਼ਬਦ ਤੋਂ ਪਹਿਲਾਂ ਇੱਕ ਦੀ ਗੱਲ ਹੋ ਰਹੀ, ਬੰਦੇ ਉਸ ਇੱਕ ਰੱਬ ਨੂੰ, ਇੱਕ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਹਾਸਲ ਕਰ। ਜਿਸ ਤਰ੍ਹਾਂ ਉਹ ਪਰਮਾਤਮਾ ਇੱਕ ਹੈ, ਉਹ ਵੀ ਅੰਦਰੋਂ ਤੇ ਬਾਹਰੋਂ ਇੱਕ ਹੋ ਜਾ, ਉਸੀ ਦਾ ਹੋ ਕੇ ਰਹਿ। ਜਿਸ ਨੇ ਤੇਰੀ ਪਾਲਣਾ ਪੋਸ਼ਣਾ ਇਹਦੇ ਮਾਤਾ ਦੇ ਗਰਭ ਦੇ ਵਿੱਚ ਵੀ ਕੀਤੀ ਸੀ, ਉਸ ਰੱਬ ਦਾ ਹੋ ਕੇ ਰਹਿ। ਉਹੀ ਪਰਮਾਤਮਾ ਤੇਰੀ ਬਾਹ ਫੜ ਕੇ, ਤੇਰਾ ਹੱਥ ਫੜ ਕੇ ਇਸ ਜਮੁੰਦਰ ਤੋਂ, ਇਸ ਜਾਲ ਭਰੇ ਸੰਸਾਰ ਤੋਂ, ਇਸ ਜਗਤ ਤੋਂ ਉੱਤੇ ਚੱਕ ਲੇਗਾ। ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਕਹਾਵਤ ਹੈ ਦੁਨੀਆ ਦੀ। ਇੱਕ ਮਾਈ ਇਸ ਜਗਤ ਦੇ ਵਿੱਚ ਆਈ, ਉਹਦੇ ਤੋਂ ਤਿੰਨ ਪੁੱਤਰ ਪੈਦਾ ਹੋਏ। ਪਹਿਲੇ ਨੇ ਬ੍ਰਹਮਾ ਜੀ, ਇੱਕ ਸੰਸਾਰੀ, ਸੰਸਾਰ ਨੂੰ ਪੈਦਾ ਕਰਨ ਵਾਲੇ, ਇੱਕ ਭੰਡਾਰੀ, ਭੋਜਨ ਦੇਣ ਵਾਲੇ ਵਿਸ਼ਨੂੰ ਜੀ, ਇੱਕ ਲਾਏ ਦੀਵਾਨ, ਇੱਕ ਮਾਰਨ ਵਾਲੇ ਨੇ, ਉਹਨਾਂ ਦਾ ਜ਼ਿਕਰ ਸ਼ਿਵ ਜੀ ਕਹਿੰਦੇ ਜਿਨ੍ਹਾਂ। ਪਰ ਮਹਾਰਾਜ ਜੀ ਨੇ ਆਖਿਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਨੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੇਂ ਤਿਵੇਂ ਚਲਾਵੇਂ ਜਿਮ ਹੋਵੇ ਫੁਰਮਾਨ। ਰੱਬ ਇੰਨਾ ਕੁ ਵੇਲਾ ਨਹੀਂ ਹੈ ਕਿ ਉਹ ਆਪਣਾ ਕੰਮ ਦੂਜਿਆਂ ਨੂੰ ਸੌਂਪੇ। ਜਿਉਂ ਉਹ ਭੰਦਾ ਹੈ, ਜਿਉਂ ਰੱਬ ਨੂੰ ਚੰਗਾ ਲੱਗਦਾ ਹੈ, ਉਹ ਆਪ ਮਾਰਦਾ ਹੈ, ਆਪ ਜਿਉਂਦਾ ਹੈ, ਆਪ ਭੋਜਨ ਦਿੰਦਾ ਹੈ। ਉਸਨੇ ਕਿਸੇ ਵੀ ਦੁਨੀਆ ਦੇ ਬੰਦੇ ਨੂੰ ਉਹ ਕਾਰਜ ਨਹੀਂ ਸੌਂਪਿਆ। ਜਿਉਂ ਹੋਵੇ ਫੁਰਮਾਨ, ਜੋ ਰੱਬ ਦਾ ਹੁਕਮ ਹੋਏਗਾ। ਇਹ ਪਵਿੱਤਰ ਬੋਲ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ। ਜਿਹੜੀ ਕਹਾਵਤ ਹੈ, ਪਹਿਲਾਂ ਉਹ ਕਹਾਵਤ ਰੱਖੀ ਮਹਾਰਾਜ ਜੀ ਨੇ। ਇਸ ਕਰਕੇ ਦੁਨੀਆ ਦੇ ਅੰਦਰ ਨਾ ਕੋਈ ਭੋਜਨ ਭੰਡਾਰ ਮਾਰਨ ਵਾਲਾ ਇਹਨਾਂ ਦੁਨੀਆ ਦੇ ਬੰਦੇ ਦੇ ਹੱਥ ਦੇ ਵਿੱਚ ਨਹੀਂ ਭਾਈ, ਉਹ ਕੇਵਲ ਤੇ ਕੇਵਲ ਰੱਬ ਦੇ ਹੱਥ ਦੇ ਵਿੱਚ ਹੈ। ਆਸਾ ਦੀ ਵਾਰ ਦੀ ਪਾਵਨ ਪਵਿੱਤਰ ਪੌੜੀ, ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਉਸ ਸਿੰਘਾਸਨ ਤੇ ਬੈਠ ਕੇ ਇਸ ਦੁਨੀਆ ਨੂੰ ਚਲਾ ਰਿਹਾ। ਇੱਕ ਓੰਕਾਰ ਰੱਬ, ਇੱਕ ਅਕਾਲ ਪੁਰਖ ਪਰਮਾਤਮਾ, ਇੱਕ ਰਸ ਵਿਆਪਕ ਹੈ।